ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੁਝ ਸ਼ਬਦ ਉਸ ਗੁਮਨਾਮ ਸ਼ਹੀਦ ਦੇ ਬਾਰੇ, ਜਿਹੜਾ ਕਿ ਗਦਰ ਲਹਿਰ ਦਾ ਸਰਗਰਮ ਮੈਂਬਰ ਰਿਹਾ, ਜਿਸ ਦਾ ਵਿਸ਼ਵਾਸ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਹਥਿਆਰਬੰਦ ਸੰਘਰਸ਼ ਦੇ ਵਿੱਚ ਸੀ, ਜਿਹੜਾ ਬੰਬ ਬਣਾਉਣ ਦੇ ਵਿੱਚ ਬਹੁਤ ਮਾਹਰ ਸੀ, ਔਰ ਜਿਸ ਨੇ ਬਕਾਇਦਾ ਇਸ ਦੇਸ਼ ਦੇ ਬ੍ਰਿਟਿਸ਼ ਦੇ ਗੁਲਾਮ ਹੋਣ ਦੇ ਬਾਵਜੂਦ ਵੀ ਆਜ਼ਾਦ ਜਲਾਵਤਨ ਸਰਕਾਰ ਦੀ ਨੀਂਹ ਰੱਖੀ, ਜਿਸ ਨੂੰ ਤੁਰਕੀ ਤੋਂ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਕਰਵਾਇਆ ਗਿਆ, ਜਿਸ ਦੇ ਉੱਪਰ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਦੋਸ਼ ਲੱਗਾ, ਜਿਸ ਦੇ ਸਿਰ ਦੇ ਉੱਪਰ ਉਹਨਾਂ ਸਮਿਆਂ ਦੇ ਵਿੱਚ 2000 ਰੁਪਇਆ ਤੇ 1 ਮਰਬਾ ਜ਼ਮੀਨ ਦਾ ਇਨਾਮ ਸੀ, ਜਿਸ ਨੂੰ ਫਿਰ ਲਾਹੌਰ ਦੇ ਵਿੱਚ ਚੁੱਪ ਚਪੀਤੇ ਫਾਂਸੀ ਦੇ ਦਿੱਤੀ ਗਈ। ਉਸ ਮਹਾਨ ਯੋਧੇ ਦਾ, ਨੀਤੀਵਾਨ ਜਰਨੈਲ ਦਾ, ਇੱਕ ਸਮਰਪਿਤ ਸ਼ਖਸੀਅਤ ਤੇ ਸ਼ਹੀਦ ਦਾ ਨਾਮ ਹੈ ਡਾਕਟਰ ਮਥੁਰਾ ਸਿੰਘ, ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ ਦੇ ਪਿੰਡ ਟੁਡਿਆਲ ਦੇ ਵਿੱਚ 1883 ਦੇ ਵਿੱਚ ਜਨਮ ਹੋਇਆ। ਵੱਡੇ ਹੋਏ 10ਵੀਂ ਤੱਕ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਰਾਵਲਪਿੰਡੀ ਵਿਖੇ ਇੱਕ ਦਵਾਈਆਂ ਵਾਲੀ ਦੁਕਾਨ ਦੇ ਉੱਪਰ, ਜਿੱਥੇ ਦਵਾਈਆਂ ਵੇਚਣ ਦਾ ਕੰਮ ਕੀਤਾ, ਉੱਥੇ ਨਾਲ ਹੀ ਮਰੀਜ਼ ਨੂੰ ਵੇਖਣਾ, ਬਿਮਾਰੀ ਦੀ ਸ਼ਨਾਖਤ, ਇਹਦੇ ਬਾਰੇ ਵੀ ਹੌਲੀ ਮੁਹਾਰਤ ਹਾਸਲ ਕਰ ਲਈ। ਤੇ ਇਹੀ ਮਥੁਰਾ ਸਿੰਘ ਫਿਰ ਉਸ ਤੋਂ ਬਾਅਦ ਡਾਕਟਰ ਮਥੁਰਾ ਸਿੰਘ ਦੇ ਨਾਮ ਦੇ ਨਾਲ ਜਾਣੇ ਜਾਂਦੇ ਰਹੇ। 1908 ਦੇ ਵਿੱਚ ਵਿਆਹ ਹੋ ਗਿਆ। 1913 ਦੇ ਵਿੱਚ ਬੱਚੇ ਨੂੰ ਜਨਮ ਦੇਣ ਦੇ ਦੌਰਾਨ ਬੱਚੀ ਔਰ ਪਤਨੀ ਦੋਹਾਂ ਦੀ ਮੌਤ ਹੋ ਗਈ। ਜੁਲਾਈ 1913 ਦੇ ਵਿੱਚ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਹਨਾਂ ਦਾ ਸਬੰਧ ਬਣਿਆ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਲ, ਜਿਨ੍ਹਾਂ ਦੀ ਕਿ ਇਸ ਸਾਰੀ ਗਦਰ ਲਹਿਰ ਦੇ ਵਿੱਚ ਜਿਹੜੀ ਭੂਮਿਕਾ ਹੈ, ਉਸ ਨੂੰ ਜੇ ਕਿਤੇ ਸਮਝਣਾ ਹੋਵੇ ਤੇ ਸਰਦਾਰ ਅਜਮੇਰ ਸਿੰਘ ਹੁਣਾਂ ਵੱਲੋਂ ਉਸ ਉੱਪਰ ਲਿਖੀ ਕਿਤਾਬ ਦੇ ਵਿੱਚੋਂ ਸਮਝਿਆ ਜਾ ਸਕਦਾ ਹੈ। ਅਮਰੀਕਾ ਤੋਂ ਸ਼ੰਘਾਈ ਆ ਗਏ। ਸ਼ੰਘਾਈ ਆ ਕੇ ਫਿਰ ਇਸੇ ਤਰ੍ਹਾਂ ਦੇ ਨਾਲ ਆਪਣੇ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਰਹੇ, ਪਰ ਗਦਰ ਲਹਿਰ ਦੀਆਂ ਜਿਹੜੀਆਂ ਸਰਗਰਮੀਆਂ ਸੀ, ਮਾਨਸਿਕਤਾ ਉਹਨਾਂ ਦੇ ਵਿੱਚ ਜ਼ਰੂਰ ਰਹੀ। ਜਿਸ ਵੇਲੇ ਇਹਨਾਂ ਨੂੰ ਇਹ ਪਤਾ ਲੱਗਾ ਕਿ ਇੱਕ ਜਹਾਜ਼ ਜਿਹੜਾ ਉਹ ਕੈਨੇਡਾ ਜਾ ਰਿਹਾ, ਕਾਮਾਗਾਟਾ ਮਾਰੂ, ਉਹਦੀ ਕਿਸੇ ਤਰ੍ਹਾਂ ਕੰਸੋਹ ਪਈ ਤਾਂ ਸ਼ੰਘਾਈ ਤੋਂ ਹਾਂਗਕਾਂਗ ਆ ਗਏ। ਪਰ ਜਦੋਂ ਹਾਂਗਕਾਂਗ ਪਹੁੰਚੇ, ਜਹਾਜ਼ ਜਾ ਚੁੱਕਾ ਸੀ। ਵਾਪਸ ਸ਼ੰਘਾਈ ਨਹੀਂ ਗਏ ਔਰ ਹਾਂਗਕਾਂਗ ਹੀ ਰੁਕ ਗਏ। ਹਾਂਗਕਾਂਗ ਲੰਬਾ ਸਮਾਂ ਰੁਕੇ ਔਰ ਉੱਥੇ ਵੀ ਜਿੱਥੇ ਗਦਰ ਲਹਿਰ ਦੀਆਂ ਸਰਗਰਮੀਆਂ ਦੇ ਨਾਲ ਜੁੜੇ ਰਹੇ, ਉੱਥੇ ਨਾਲ ਦੇ ਨਾਲ ਇਹੀ ਆਪਣਾ ਜਿਹੜਾ ਡਾਕਟਰੀ ਦਾ ਦਵਾਈਆਂ ਵੇਚਣ ਦਾ ਪੇਸ਼ਾ ਵੀ ਕਰਦੇ ਰਹੇ। ਲੋਕਾਂ ਦੇ ਵਿੱਚ ਬਹੁਤ ਸਾਰਾ ਮਾਣ ਸਤਿਕਾਰ ਤੇ ਇੱਜ਼ਤ ਹਾਸਲ ਕੀਤੀ। ਕੁਝ ਸਰੋਤਾਂ ਦੇ ਮੁਤਾਬਕ ਇਹਨਾਂ ਦਾ ਛੋਟਾ ਭਰਾ ਲਾਭ ਸਿੰਘ ਵੀ ਉਸ ਵੇਲੇ ਉੱਥੇ ਸੀ। ਉਹਨਾਂ ਦਿਨਾਂ ਦੇ ਵਿੱਚ ਸਾਰਾ ਘਟਨਾਕ੍ਰਮ ਕਾਮਾਗਾਟਾ ਮਾਰੂ ਵਾਲਾ ਵਾਪਰਦਾ ਹੈ। ਬਜ ਘਾਟ ਦੀਆਂ ਸ਼ਹਾਦਤਾਂ ਹੁੰਦੀਆਂ ਨੇ। ਉਸ ਸਾਰੇ ਵਰਤਾਰੇ ਤੋਂ ਸਾਰੇ ਤੁਸੀਂ ਭਲੀ ਭਾਂਤ ਜਾਣੂ ਹੋ ਤੇ ਬਹੁਤ ਸਾਰੀਆਂ ਕਿਤਾਬਾਂ 'ਚ ਉਸ ਦਾ ਜ਼ਿਕਰ ਵੀ ਹੈ। ਸੋਹਣ ਸਿੰਘ ਭਕਨਾ, ਜੇਕਰ ਉਸ ਸਮੇਂ ਦੇ ਇਹਨਾਂ ਗਦਰੀ ਯੋਧਿਆਂ ਦੀ ਗੱਲ ਕਰੀਏ ਤੇ ਉਹਨਾਂ 'ਚ ਚਾਹੇ ਨਿਧਾਨ ਸਿੰਘ ਨੇ, ਸੋਹਣ ਸਿੰਘ ਭਕਨਾ ਨੇ, ਕਰਤਾਰ ਸਿੰਘ ਸਰਾਭਾ ਨੇ, ਬਾਬਾ ਵਿਸਾਖਾ ਸਿੰਘ ਨੇ, ਸਰਦਾਰ ਜਵਾਲਾ ਸਿੰਘ ਨੇ, ਸਰਦਾਰ ਸੇਵਾ ਸਿੰਘ ਨੇ, ਜਿਨ੍ਹਾਂ ਅਨੇਕਾਂ ਸੂਰਮੇ ਜਿਹੜੇ ਹਥਿਆਰਬੰਦ ਸੰਘਰਸ਼ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਇਸ ਜੱਦੋ-ਜਹਿਦ ਦੇ ਨਾਲ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਾ ਸਕਦਾ ਹੈ। ਸੋਹਣ ਸਿੰਘ ਭਕਨਾ ਅਮਰੀਕਾ ਤੋਂ ਭਾਰਤ ਵੱਲ ਨੂੰ ਚੱਲਦੇ ਨੇ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਸੈਨ ਫਰਾਂਸਿਸਕੋ ਤੋਂ 200 ਪਿਸਤੌਲ ਅਤੇ 2000 ਕਾਰਤੂਸਾਂ ਦਾ ਇੰਤਜ਼ਾਮ ਕਰਦਾ ਹੈ। ਫਿਰ ਉਹ ਵੇਖਦਾ ਹੈ ਕਿ ਜਿਸ ਜਹਾਜ਼ ਦੇ ਰਾਹੀਂ ਸੋਹਣ ਸਿੰਘ ਭਕਨਾ ਹੁਣਾਂ ਨੇ ਵਾਪਸ ਜਾਣਾ ਹੈ ਭਾਰਤ ਵੱਲ, ਤੇ ਉਸ ਜਹਾਜ਼ ਦੇ ਵਿੱਚ ਜਿਹੜੇ ਆਮ ਯਾਤਰੀ ਨੇ ਉਹਨਾਂ ਦੇ ਸਮਾਨ ਦੀ ਤਲਾਸ਼ੀ ਬਹੁਤ ਹੁੰਦੀ ਹੈ, ਪਰ ਜੇਕਰ ਪਹਿਲੇ ਦਰਜੇ ਦੀ ਜਿਹੜੀ ਟਿਕਟ ਕਰਵਾਈ ਜਾਵੇ ਤਾਂ ਜਿਹੜੀ ਤਲਾਸ਼ੀ ਬਹੁਤ ਘੱਟ ਹੁੰਦੀ ਹੈ।
ਸੋ ਉਹਨਾਂ ਨੂੰ ਉੱਪਰਲੇ ਦਰਜੇ ਦੀ ਟਿਕਟ ਦੀ ਬੁਕਿੰਗ ਕਰਵਾ ਕੇ, ਪਰ ਉਹਨਾਂ ਦੇ ਜਹਾਜ਼ ਦੇ ਵਿੱਚ ਪਹੁੰਚਣ ਤੋਂ ਪਹਿਲਾਂ 2 ਬਕਸੇ ਇਸ ਸਮਾਨ ਦੇ, ਜਿਹਦੇ ਵਿੱਚ 200 ਪਿਸਤੌਲ ਤੇ 2000 ਕਾਰਤੂਸ ਨੇ, ਉਹ ਜਹਾਜ਼ ਦੇ ਵਿੱਚ ਪਹੁੰਚਾ ਦਿੱਤੇ ਜਾਂਦੇ ਨੇ। ਜਹਾਜ਼ ਚੱਲ ਪੈਂਦਾ ਹੈ ਤੇ ਕੁਦਰਤਨ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਜਾਂਦੀ ਹੈ। ਹਾਲਾਤ ਇੱਕਦਮ ਬਦਲ ਜਾਂਦੇ ਨੇ। ਉਸ ਸਮੇਂ ਸਾਰੇ ਦੇਸ਼ਾਂ ਦੀਆਂ ਜਿਹੜੀਆਂ ਸਮੁੰਦਰੀ ਹੱਦਾਂ ਨੇ, ਉਹਨਾਂ ਦੇ ਉੱਪਰ ਚੌਕਸੀ ਬਹੁਤ ਵੱਧ ਜਾਂਦੀ ਹੈ। ਇਹ ਤੁਸੀਂ ਵੀ ਜਾਣਦੇ ਹੋ ਕਿ ਪਹਿਲੀ ਸੰਸਾਰ ਜੰਗ ਦੇ ਵਿੱਚ ਕਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਹੁੰਦੀ ਹੈ, ਕਿਸ ਤਰ੍ਹਾਂ ਦਾ ਧਰੁਵੀਕਰਨ ਹੁੰਦਾ ਹੈ ਤੇ ਕਿਸ ਤਰ੍ਹਾਂ ਦਾ ਸੰਤਾਪ ਜਿਹੜਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜਾਪਾਨ ਦੇ ਸ਼ਹਿਰ ਯੋਕੋਹਾਮਾ ਜਦੋਂ ਇਹ ਜਹਾਜ਼ ਪਹੁੰਚਦਾ ਹੈ ਤਾਂ ਉਸ ਸਮੇਂ ਵੀ ਬਹੁਤ ਜ਼ਿਆਦਾ ਚੌਕਸੀ ਹੈ। ਇੱਕ ਜਹਾਜ਼ ਦੇ ਮੁਲਾਜ਼ਮ ਨੂੰ ਕੁਝ ਰਿਸ਼ਵਤ ਦੇ ਕੇ ਉਹ ਅਸਲੇ ਵਾਲੇ ਜਿਹੜੇ ਡੱਬੇ ਨੇ, ਉਹ ਚੁੰਗੀ ਮਹਿਕਮੇ ਦੇ ਕਿਸੇ ਦਫ਼ਤਰ ਦੇ ਵਿੱਚ ਰਖਵਾਏ ਜਾਂਦੇ ਨੇ। ਕੁਝ ਦਿਨਾਂ ਬਾਅਦ ਜਹਾਜ਼ ਯੋਕੋਹਾਮਾ ਤੋਂ ਸ਼ੰਘਾਈ ਆਉਂਦਾ ਹੈ ਤਾਂ ਫਿਰ ਜਿਹੜੀਆਂ ਪੇਟੀਆਂ ਨੇ ਉਸ ਜਹਾਜ਼ ਦੇ ਵਿੱਚ ਰਖਵਾ ਕੇ ਉੱਧਰ ਨੂੰ ਤੋਰੀਆਂ ਜਾਂਦੀਆਂ ਨੇ। ਪਰ ਸਰਦਾਰ ਸੋਹਣ ਸਿੰਘ ਭਕਨਾ ਨੂੰ ਕਿਸੇ ਤਰੀਕੇ ਇਹ ਅਸੂਲ ਮਿਲ ਗਈ ਕਿ ਜਦੋਂ ਉਹ ਅਮਰੀਕਾ ਤੋਂ ਚੱਲੇ ਨੇ, ਉਸ ਸਮੇਂ ਹੀ ਬਰਤਾਨਵੀ ਸਰਕਾਰ ਦੇ ਸੂਹੀਏ ਜਿਹੜੇ ਨੇ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ। ਸੋ ਜਿੱਥੇ ਉਹਨਾਂ ਨੂੰ ਆਪ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਦੇਸ਼ ਦੇ ਵਿੱਚ ਪਹੁੰਚਣਾ ਹੈ, ਉੱਥੇ ਨਾਲ ਨਾਲ ਇਹ ਫਿਕਰ ਵੀ ਹੈ ਹਥਿਆਰ ਜਿਹੜੇ ਨੇ ਉਹ ਆਉਣੇ ਚਾਹੀਦੇ ਨੇ। ਸੋ ਇਹ ਜਹਾਜ਼ ਯੋਕੋਹਾਮਾ ਤੋਂ ਸ਼ੰਘਾਈ ਪਹੁੰਚਣ ਤੋਂ ਬਾਅਦ ਹਾਂਗਕਾਂਗ ਜਾਣਾ ਹੈ ਤੇ ਹਾਂਗਕਾਂਗ ਪਹੁੰਚਣ ਦਾ ਜਿਹੜਾ ਕਹਿ ਸਕਦੇ ਹੋ ਕਿ ਸਫ਼ਰ ਹੈ, ਉਹਦੇ ਵਿੱਚ ਜਹਾਜ਼ ਦੇ ਇੱਕ ਰਸੋਈਏ ਨੂੰ ਨਾਲ ਗੰਢਿਆ ਜਾਂਦਾ ਹੈ ਕਿ ਤੂੰ ਕਿਸੇ ਤਰੀਕੇ ਦੇ ਨਾਲ ਸ਼ੰਘਾਈ ਪਹੁੰਚਣ ਤੇ ਉਹ ਜਿਹੜੇ ਹਥਿਆਰ ਨੇ ਉਹ ਸਾਫ਼ ਜਗ੍ਹਾ ਦੇ ਉੱਪਰ ਪਹੁੰਚਾਉਣੇ ਨੇ। ਜਦੋਂ ਜਹਾਜ਼ ਸ਼ੰਘਾਈ ਤੋਂ ਹਾਂਗਕਾਂਗ ਚੱਲਦਾ ਹੈ ਤਾਂ ਉਸ ਸਮੇਂ ਕੁਦਰਤੀ ਸ਼ੰਘਾਈ ਤੇ 40 ਸਿੱਖ ਜਿਹੜੇ ਉਸ ਸਮੇਂ ਫੌਜ ਦੇ ਵਿੱਚ ਨੌਕਰੀ ਕਰ ਰਹੇ ਨੇ ਔਰ ਜਿਨ੍ਹਾਂ ਦਾ ਉਸ ਵੇਲੇ ਮੋਢੀ ਜਿਹੜਾ ਉਹ ਵੀ ਭਕਨਾ ਪਿੰਡ ਦਾ, ਉਹ ਵੀ ਉੱਥੇ ਆ ਜਾਂਦੇ ਨੇ। ਤੇ ਸਰਦਾਰ ਸੋਹਣ ਸਿੰਘ ਭਕਨਾ ਨੂੰ ਇਸ ਗੱਲ ਦਾ ਹੌਸਲਾ ਵੀ ਹੋ ਜਾਂਦਾ ਹੈ ਕਿ ਇੱਕ ਤਾਂ 40 ਜਵਾਨ, ਇੱਕ 40 ਪੰਜਾਬੀ, ਇੱਕ 40 ਜਿਹੜੇ ਨੇ ਉਹ ਹਥਿਆਰਬੰਦ। ਸੋ ਜਦੋਂ ਉਹ ਹਾਂਗਕਾਂਗ ਪਹੁੰਚਦੇ ਨੇ ਤਾਂ ਜਹਾਜ਼ ਦੇ ਪਹੁੰਚਣ ਤੋਂ ਪਹਿਲਾਂ ਬਰਤਾਨਵੀ ਪੁਲਿਸ ਉੱਥੇ ਹੈ। ਜਹਾਜ਼ ਦੀ ਚੱਪੇ ਦੀ ਤਲਾਸ਼ੀ ਲਈ ਜਾਂਦੀ ਹੈ, ਪਰ ਜਹਾਜ਼ ਦੇ ਵਿੱਚ ਪਈਆਂ ਅਸਲੇ ਦੀਆਂ ਇਹ 2 ਪੇਟੀਆਂ ਇਸ ਕਰਕੇ ਬਚ ਜਾਂਦੀਆਂ ਨੇ ਕਿ ਉਸ ਬਰਤਾਨਵੀ ਪੁਲਿਸ ਦੇ ਵਿੱਚ ਵੀ ਕੁਝ ਸਰਦਾਰ ਪੁਲਿਸ ਵਾਲੇ ਹੁੰਦੇ ਨੇ। ਇਹ ਪੇਟੀਆਂ ਬਚ ਜਾਂਦੀਆਂ ਨੇ, ਜਹਾਜ਼ ਦੇ ਵਿੱਚੋਂ ਕਿਸੇ ਤਰੀਕੇ ਕੱਢੀਆਂ ਜਾਂਦੀਆਂ ਨੇ। ਸਰਦਾਰ ਸੋਹਣ ਸਿੰਘ ਭਕਨਾ, ਜਿਹਨੂੰ ਅਸੀਂ ਬਾਬਾ ਸੋਹਣ ਸਿੰਘ ਭਕਨਾ ਦੇ ਨਾਮ ਦੇ ਨਾਲ ਜਾਣਦੇ ਹਾਂ, ਉਹ ਹਾਂਗਕਾਂਗ ਹੋਟਲ ਦੇ ਵਿੱਚ ਠਹਿਰਦੇ ਨੇ ਤੇ ਉੱਥੇ ਉਹਨਾਂ ਨੂੰ ਮਿਲਦੇ ਨੇ ਡਾਕਟਰ ਮਥੁਰਾ ਸਿੰਘ, ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਉਹ ਕਿਸ ਤਰ੍ਹਾਂ ਦੇ ਨਾਲ ਹਾਂਗਕਾਂਗ ਪਹੁੰਚ ਚੁੱਕੇ ਸੀ। ਹੁਣ ਇਹ ਦੋਵੇਂ ਸਰਗਰਮ ਸੰਘਰਸ਼ ਨੂੰ ਚਲਾਉਣ ਵਾਲੇ ਜਦੋਂ 2 ਇਹ ਯੋਧੇ ਆਪਸ 'ਚ ਮਿਲਦੇ ਨੇ ਤਾਂ ਅਹਿਮ ਕੰਮ ਹੈ ਕਿ ਹਥਿਆਰ ਜਿਹੜੇ ਨੇ ਉਹ ਭਾਰਤ ਕਿਵੇਂ ਪਹੁੰਚਾਏ ਜਾਣ, ਕਿਉਂਕਿ ਜਿਹੜਾ ਸੰਘਰਸ਼ ਅੰਗਰੇਜ਼ਾਂ ਦੇ ਖਿਲਾਫ ਭਾਰਤ ਆ ਕੇ ਸ਼ੁਰੂ ਕਰਨਾ ਹੈ, ਉਹਦੇ ਵਾਸਤੇ ਹਥਿਆਰਬੰਦ ਸੰਘਰਸ਼ ਦੇ ਵਾਸਤੇ ਚੰਗੇ ਹਥਿਆਰਾਂ ਦੀ ਲੋੜ ਹੈ। ਤੇ ਉਸ ਵੇਲੇ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਬੜੀ ਵਧੀਆ ਕਿਸਮ ਦੇ ਇਹ 200 ਪਿਸਟਲ ਖਰੀਦੇ ਸੀ। ਸਿਰਫ ਇਹੀ ਨਹੀਂ, ਹੋਰ ਵੀ ਜਿੰਨੇ ਗਦਰੀ ਯੋਧੇ ਇਸ ਦੇਸ਼ ਵੱਲ ਨੂੰ ਵਾਪਸ ਆ ਰਹੇ ਸਨ, ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਥਿਆਰ ਲੈ ਕੇ ਆ ਰਹੇ ਸਨ। ਇੱਕ ਤਾਂ ਹਥਿਆਰਾਂ ਦੀ ਉਹ ਕੁਮਕ ਵੀ ਸੀ ਜਿਸ ਦਾ ਜ਼ਿਕਰ ਸਰਦਾਰ ਰਾਜਵਿੰਦਰ ਸਿੰਘ ਰਾਹੀ ਹੁਣਾਂ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਹੈ। ਜਿਹੜੇ ਹਥਿਆਰ ਪਾਣੀ ਵਾਲੇ ਇੱਕ ਟੈਂਕੀ ਦੇ ਵਿੱਚ ਰੱਖੇ ਗਏ ਸੀਗੇ, ਜਿਹੜੇ ਤੇਲ ਵਾਲੇ 'ਚ ਰੱਖਣੇ ਸੀ ਤੇ ਜੰਗਾਲ ਲੱਗ ਗਿਆ ਜਿਨ੍ਹਾਂ ਨੂੰ ਸਮੁੰਦਰ ਦੇ ਵਿੱਚ ਹੀ ਸੁੱਟਣਾ ਪਿਆ ਸੀ। ਪਰ ਇਹ ਜਿਹੜੇ ਹਥਿਆਰ ਸੀ ਇਹ ਕਿਸੇ ਤਰੀਕੇ ਨਾਲ ਹਾਂਗਕਾਂਗ ਤੱਕ ਪਹੁੰਚ ਗਏ। ਹੁਣ ਸਭ ਤੋਂ ਵੱਡੀ ਗੱਲ ਸੀ ਕਿ ਹਾਂਗਕਾਂਗ ਤੋਂ ਇਹ ਹਥਿਆਰ ਭਾਰਤ ਕਿਵੇਂ ਪਹੁੰਚਾਏ ਜਾਣ ਤਾਂ ਜੋ ਜਿਹੜਾ ਅਗਲਾ ਬਗਾਵਤ ਦਾ ਜਿਹੜਾ ਅਗਲਾ ਭਾਗ ਹੈ, ਅਗਲਾ ਫੇਜ਼ ਹੈ, ਉਹਦੇ ਵਿੱਚ ਅੰਗਰੇਜ਼ਾਂ ਦੀਆਂ ਛਾਉਣੀਆਂ ਦੇ ਉੱਪਰ ਹਮਲਾ ਜਿਹੜਾ ਕਰਨਾ ਹੈ, ਉਹਦੇ ਵਾਸਤੇ ਜਿਹੜੇ ਯੋਧੇ ਤਿਆਰ ਕੀਤੇ ਜਾਣਗੇ ਉਹਨਾਂ ਦੇ ਕੋਲ ਚੰਗੇ ਹਥਿਆਰ ਜਿਹੜੇ ਨੇ ਉਹ ਹੋਣ ਤੇ ਇਹ ਹਥਿਆਰ ਜਿਹੜੇ ਉਹ ਕਿਵੇਂ ਪਹੁੰਚਾਏ ਜਾਣ। ਉਸ ਵੇਲੇ ਸਰਦਾਰ ਮਥੁਰਾ ਸਿੰਘ ਨੂੰ ਇਹ ਪਤਾ ਲੱਗਦਾ ਹੈ ਕਿ ਗੋਰਿਆਂ ਦੀ ਇੱਕ ਪਲਟਨ ਜਿਹੜੀ ਭਾਰਤ ਜਾ ਰਹੀ ਹੈ, ਪੀਕਨ ਤੋਂ ਆ ਰਹੀ ਹੈ, ਤੇ ਉਸ ਗੋਰੇ ਅਫਸਰ ਦਾ ਜਿਹੜਾ ਅਰਦਲੀ ਹੈ ਉਹ ਸਰਦਾਰ ਹੈ। ਮਥੁਰਾ ਸਿੰਘ ਇੱਕ ਨੀਤੀਵਾਨ ਯੋਧੇ ਦੇ ਰੂਪ ਦੇ ਵਿੱਚ ਉਸ ਦੇ ਨਾਲ ਸੰਪਰਕ ਸਥਾਪਿਤ ਕਰਦਾ ਹੈ ਕਿ ਇਹ ਜੇਕਰ ਹਥਿਆਰ ਸਾਡੇ ਉਸ ਜਹਾਜ਼ ਦੇ ਵਿੱਚ ਜਾਣ, ਸਮੁੰਦਰੀ ਬੇੜੇ ਦੇ ਵਿੱਚ ਜਾਣ ਜਿਹਦੇ ਵਿੱਚ ਗੋਰਿਆਂ ਦੀ ਪਲਟਨ ਆ ਰਹੀ ਹੈ ਤੇ ਇਹਦੀ ਤਲਾਸ਼ੀ ਨਹੀਂ ਹੋਵੇਗੀ, ਤੇ ਉੱਥੇ ਭਾਰਤ ਪਹੁੰਚ ਕੇ
ਅਸੀਂ ਇਹਨਾਂ ਹਥਿਆਰਾਂ ਨੂੰ ਆਪੇ ਹੀ ਪੰਜਾਬ ਤੱਕ ਲੈ ਜਾਵਾਂਗੇ। ਸੋ ਉੱਥੋਂ ਹਥਿਆਰ ਜਿਹੜੇ ਨੇ ਉਹ ਚੱਲਦੇ ਨੇ। ਹਾਂਗਕਾਂਗ ਤੋਂ ਦੋਵੇਂ ਜਹਾਜ਼ ਇਕੱਠੇ ਚੱਲਦੇ ਨੇ, ਜਿਸ ਜਹਾਜ਼ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਹੋਣੀ ਤੇ ਹੋਰ ਗਦਰੀ ਯੋਧੇ ਵੀ ਨੇ, ਤੇ ਇੱਕ ਉਹ ਗੋਰਿਆਂ ਦੀ ਫੌਜ ਵਾਲਾ ਹਥਿਆਰ ਚੱਲਦਾ ਹੈ। ਸਿੰਗਾਪੁਰ ਤੱਕ ਵੀ ਇਹ ਇਕੱਠੇ ਪਹੁੰਚਦੇ ਨੇ, ਤੇ ਉਸ ਤੋਂ ਬਾਅਦ ਪਿਨਾਂਗ ਦੇ ਅਸਥਾਨ ਤੋਂ ਆ ਕੇ ਇਹ ਜਿਹੜਾ ਗੋਰਿਆਂ ਵਾਲਾ ਜਹਾਜ਼ ਹੈ, ਇਸ ਨੂੰ ਅਗਲੇ ਨਿਰਦੇਸ਼ ਮਿਲਦੇ ਨੇ ਕਿ ਇਹ ਜਹਾਜ਼ ਜਿਹੜਾ ਉਹ ਫਰਾਂਸ ਚਲਾ ਜਾਵੇ। ਬਾਬਾ ਸੋਹਣ ਸਿੰਘ ਭਕਨਾ ਦਾ ਹਵਾਲਾ ਦੇ ਕੇ ਬਹੁਤ ਸੋਹਣਾ ਲਿਖਿਆ ਹੈ ਸਰਦਾਰ ਅਜਮੇਰ ਸਿੰਘ ਹੁਣਾਂ ਨੇ ਕਿ ਜਿਸ ਜਹਾਜ਼ ਦੇ ਵਿੱਚ ਹਥਿਆਰ ਸਨ, ਜਦੋਂ ਉਹ ਜਹਾਜ਼ ਜਿਹੜਾ ਸੀ ਉਹ ਉੱਥੋਂ ਫਰਾਂਸ ਵੱਲ ਨੂੰ ਤੁਰ ਪਿਆ, ਉਹ ਭਾਰਤ ਵੱਲ ਨੂੰ ਨਾ ਆਇਆ, ਤਾਂ ਇੰਜ ਲੱਗਾ ਜਿਵੇਂ ਸਾਡੀ ਕੋਈ ਰੂਹ ਕੱਢ ਕੇ ਲੈ ਗਿਆ ਹੋਵੇ। ਹਥਿਆਰ ਨਾ ਪਹੁੰਚ ਸਕੇ। ਉਸ ਤੋਂ ਬਾਅਦ ਸਰਦਾਰ ਮਥਰਾ ਸਿੰਘ ਪੰਜਾਬ ਆਉਂਦੇ ਨੇ, ਉਹੀ ਬਜਬਜ ਘਾਟ ਦੇ ਰਾਹੀਂ, ਤੇ ਪੰਜਾਬ ਆ ਕੇ ਉਹ ਫਿਰ ਜਿਹੜੀ ਬੰਬ ਬਣਾਉਣ ਦੀ ਟੈਕਨੀਕ ਲੈ ਕੇ ਆਏ ਨੇ, ਉਹ ਇੰਨੇ ਆਪਣੇ ਸਾਥੀਆਂ ਨੂੰ ਤਿਆਰ ਕਰਾਉਂਦੇ ਨੇ ਜਿਹੜੇ ਬੰਬ ਬਣਾਉਣ ਦੇ ਵਿੱਚ ਮਾਹਰ ਹੋ ਜਾਂਦੇ ਨੇ, ਤੇ ਉਸ ਸਮੇਂ ਤੱਕ ਅੰਗਰੇਜ਼ੀ ਸਰਕਾਰ ਤੱਕ ਵੀ ਇਹ ਸਾਰੀਆਂ ਖਬਰਾਂ ਪਹੁੰਚ ਜਾਂਦੀਆਂ ਨੇ। ਇਹਨਾਂ ਦੇ ਫੜਾਉਣ ਦਾ ਜਾਂ ਫਿਰ ਇਹਨਾਂ ਨੂੰ ਮਰਾਉਣ ਦੇ ਉੱਪਰ 2000 ਰੁਪਏ ਦਾ ਨਗਦ ਇਨਾਮ ਤੇ 1 ਮੁਰੱਬਾ ਜ਼ਮੀਨ, 25 ਏਕੜ ਜ਼ਮੀਨ, ਕੋਈ ਛੋਟੀ ਗੱਲ ਨਹੀਂ ਹੈ। 25 ਏਕੜ ਜ਼ਮੀਨ ਤੇ 2000 ਰੁਪਏ ਉਸ ਵਿਅਕਤੀ ਨੂੰ ਦਿੱਤੇ ਜਾਣਗੇ। ਜਨਤਕ ਤੌਰ ਦੇ ਉੱਪਰ ਮਨਾਦੀ ਕਰਵਾ ਦਿੱਤੀ ਜਾਂਦੀ ਹੈ ਕਿ ਜਿਹੜਾ ਡਾਕਟਰ ਮਥਰਾ ਸਿੰਘ ਨੂੰ ਗ੍ਰਿਫਤਾਰ ਕਰਾਵੇਗਾ, ਕਿਉਂਕਿ ਬੰਬ ਬਣਾਉਣ ਦੇ ਵਿੱਚ ਮਾਹਰ ਵਿਅਕਤੀ ਹੈ, ਅੰਗਰੇਜ਼ਾਂ ਦੀਆਂ ਛਾਉਣੀਆਂ ਨੂੰ ਲੁੱਟਣ, ਹਥਿਆਰਾਂ ਨੂੰ ਆਪਣੇ ਕਬਜ਼ੇ 'ਚ ਕਰਨ ਤੇ ਇਸ ਤਖਤਾ ਪਲਟਣ ਦਾ ਆਪਣੇ ਮਨ ਦੇ ਵਿੱਚ ਤਹਈਆ ਲੈ ਕੇ ਪਹੁੰਚਿਆ ਹੋਇਆ ਹੈ। ਉਹਦੇ ਨਾਲ ਨਾਲ ਡਾਕਟਰ ਮਥਰਾ ਸਿੰਘ ਮੁਹੰਮਦ ਅਲੀ ਤੇ ਬਰਕਤੁੱਲਾ ਨੂੰ ਮਿਲ ਕੇ 1915 ਦੇ ਵਿੱਚ ਕਾਬਲ ਦੇ ਵਿੱਚ ਜਲਾਵਤਨ ਭਾਰਤ ਸਰਕਾਰ ਦਾ ਐਲਾਨ ਕਰ ਦਿੰਦੇ ਨੇ। ਬਕਾਇਦਾ ਤੌਰ ਦੇ ਉੱਪਰ ਕਾਰਵਾਈਆਂ ਉੱਥੋਂ ਚੱਲਦੀਆਂ ਨੇ। ਉਸ ਸਮੇਂ ਦੇ ਦੌਰਾਨ ਹੀ ਇਹਨਾਂ ਨੂੰ ਸੁਨੇਹਾ ਆਉਂਦਾ ਹੈ ਕਿ ਤੁਰਕੀ ਦੇ ਵਿੱਚ ਉੱਥੋਂ ਦੇ ਕਿਸੇ ਖਾਸ ਗਵਰਨਰ ਨੂੰ ਜਾਂ ਕਿਸੇ ਖਾਸ ਮੰਤਰੀ ਜਾਂ ਕਿਸੇ ਅਹੁਦੇਦਾਰ ਨੂੰ ਮਿਲਿਆ ਜਾਵੇ। ਕੁਝ ਸਰੋਤਾਂ ਦੇ ਵਿੱਚ ਤੁਰਕੀ ਦਾ ਜ਼ਿਕਰ ਹੈ, ਕੁਝ ਦੇ ਵਿੱਚ ਤਾਸ਼ਕੰਦ ਦਾ ਜ਼ਿਕਰ ਵੀ ਹੈ। ਪਰ ਜਦੋਂ ਇਹ ਉੱਥੇ ਜਾਂਦੇ ਨੇ ਤੇ 2 ਨਵੰਬਰ 1916 ਨੂੰ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਗ੍ਰਿਫਤਾਰ ਕਰਕੇ ਬਰਤਾਨਵੀ ਹਕੂਮਤ ਇਹਨਾਂ ਨੂੰ ਇੱਥੇ ਲੈ ਕੇ ਆਉਂਦੀ ਹੈ ਭਾਰਤ ਦੇ ਵਿੱਚ। ਇਹਨਾਂ ਦੇ ਉੱਪਰ ਮੁਕੱਦਮਾ ਚੱਲਦਾ ਹੈ ਤੇ ਉਸ ਮੁਕੱਦਮੇ ਦੇ ਦੌਰਾਨ ਜਦੋਂ ਇਹ ਜੇਲ੍ਹ ਦੇ ਵਿੱਚ ਨੇ, ਇਹਨਾਂ ਦੇ ਛੋਟੇ ਭਰਾ ਲਾਭ ਸਿੰਘ ਦੇ ਵੱਲੋਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਾਂਸੀ ਦੀ ਸਜ਼ਾ ਜਦੋਂ ਹੋ ਜਾਂਦੀ ਹੈ ਉਹਦੇ ਤੋਂ ਪਹਿਲਾਂ ਇਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਜਾਵੇ, ਪਰ ਉਹ ਆਗਿਆ ਨਹੀਂ ਦਿੱਤੀ ਜਾਂਦੀ। ਇਹਨਾਂ ਵੱਲੋਂ ਜੇਲ੍ਹ ਦੇ ਵਿੱਚ ਇੱਕ ਵਸੀਅਤ ਤਿਆਰ ਕਰਵਾਈ ਜਾਂਦੀ ਹੈ। ਉਹ ਵਸੀਅਤ ਵੀ ਇਹਨਾਂ ਦਾ ਛੋਟਾ ਭਰਾ ਜੱਜ ਦੇ ਕੋਲ ਅਰਜ਼ੀਆਂ ਦੇ ਦੇ ਕੇ ਮੰਗਦਾ ਰਹਿੰਦਾ ਹੈ ਕਿ ਮੇਰੇ ਭਰਾ ਵੱਲੋਂ ਤਿਆਰ ਕੀਤੀ ਵਸੀਅਤ ਜਿਹੜੀ ਹੈ ਉਹ ਮੈਨੂੰ ਦੇ ਦਿੱਤੀ ਜਾਵੇ, ਪਰ ਨਹੀਂ ਦਿੱਤੀ ਜਾਂਦੀ। ਪਰ ਉਸ ਵਸੀਅਤ ਦੇ ਜਿਹੜੇ ਸ਼ਬਦ ਨੇ ਉਹ 2 ਲਾਈਨਾਂ ਜ਼ਰੂਰ ਪੜ੍ਹ ਕੇ ਸੁਣਾ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇਹ ਗੱਲ ਲਿਖੀ ਹੋਈ ਹੈ ਕਿ ਮੈਨੂੰ ਆਪਣੀ ਫਾਂਸੀ ਲੱਗਣ ਦਾ ਕੋਈ ਅਫਸੋਸ ਨਹੀਂ ਤੇ ਮੇਰੀ ਮੌਤ ਤੋਂ ਬਾਅਦ ਅਖੰਡ ਪਾਠ ਸਾਹਿਬ ਦਾ ਜਿਹੜਾ ਪਾਠ ਹੈ ਜਾਂ ਭੋਗ ਹੈ ਉਹ ਪਾ ਦਿੱਤਾ ਜਾਵੇ। ਕੇਵਲ ਤੇ ਕੇਵਲ ਜੱਜ ਦੇ ਵੱਲੋਂ ਇਸ ਵਸੀਅਤ ਦੇ ਇਹ ਜਿਹੜੀਆਂ ਲਾਈਨਾਂ ਨੇ ਇਹ ਪੜ੍ਹ ਕੇ ਭਰਾ ਨੂੰ ਤਾਂ ਸੁਣਾ ਦਿੱਤੀਆਂ ਜਾਂਦੀਆਂ ਨੇ, ਪਰ ਅਸਲ ਦੇ ਵਿੱਚ ਉਹ ਵਸੀਅਤ ਨਹੀਂ ਦਿੱਤੀ ਜਾਂਦੀ। ਸਰਦਾਰ ਗੁਰਮੁਖ ਸਿੰਘ ਦਾ ਹਵਾਲਾ, ਜਿਸ ਦਾ ਹਵਾਲਾ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਵੀ ਆਪਣੀ ਕਿਤਾਬ 'ਚ ਦਿੱਤਾ, ਤੇ ਉਹ ਲਿਖਦੇ ਨੇ, ਕਹਿੰਦੇ ਨੇ ਕਿ ਉਹਨਾਂ ਦਾ ਛੋਟਾ ਭਰਾ ਲਾਭ ਸਿੰਘ ਜਿਸ ਵੇਲੇ ਉਹਨਾਂ ਨੂੰ ਮੁਲਾਕਾਤ ਕਰਨ ਦੇ ਵਾਸਤੇ ਜਾਂਦਾ ਹੈ, ਜਿਹੜੀ ਉਹਨਾਂ ਨੂੰ ਇੱਕ ਮੁਲਾਕਾਤ ਦੀ ਸ਼ਾਇਦ ਇਜਾਜ਼ਤ ਮਿਲਦੀ ਹੈ, ਤੇ ਉਸ ਸਮੇਂ ਉਹ ਬੈਠੇ ਹੋਏ ਗੁਟਕਾ ਸਾਹਿਬ ਤੋਂ ਪਾਠ ਕਰ ਰਹੇ ਸਨ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਲੈਫਟਿਸਟ ਆਈਡੀਓਲੋਜੀ ਵਾਲੇ ਲੋਕ, ਖੱਬੇ ਪੱਖੀ ਲੋਕ ਜਦੋਂ ਗਦਰ ਲਹਿਰ ਨੂੰ ਇਹ ਗੱਲ ਕਹਿੰਦੇ ਨੇ ਕਿ ਕਾਮਰੇਡਾਂ ਦੀ ਲਹਿਰ ਸੀ, ਤਾਂ ਇੰਜ ਦੀ ਕੋਈ ਗੱਲ ਨਹੀਂ ਸੀ। ਸਾਰੇ ਜਿਹੜੇ ਇਹ ਯੋਧੇ ਸੀ ਗਦਰੀ ਸੂਰਮੇ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿੱਖ ਵਿਚਾਰਧਾਰਾ ਦੇ ਵਿੱਚ ਬਿਲਕੁਲ ਅਟੁੱਟ ਵਿਸ਼ਵਾਸ ਰੱਖਦੇ ਸਨ। ਇੰਨਾ ਜ਼ਰੂਰ ਹੈ ਕਿ ਗਦਰ ਸਫਲ ਨਾ ਹੋ ਸਕਿਆ, ਤੇ ਇਹ ਤੁਸੀਂ ਸਾਡੇ ਲੋਕਾਂ ਦੀ ਮਾਨਸਿਕਤਾ ਜਾਣਦੇ ਹੋ ਕਿ ਜਿਹੜਾ ਜਿੱਤ ਜਾਵੇ ਉਸ ਨੂੰ ਭਗਵਾਨ ਤੇ ਜਿਹੜਾ ਹਾਰ ਜਾਵੇ ਉਸ ਨੂੰ ਸ਼ੈਤਾਨ ਬਣਾ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਵੱਡੀ ਗਦਰ ਲਹਿਰ ਸੀ, ਜਿਹੜੀ ਸਿੱਖ ਵਿਚਾਰਧਾਰਾ ਦੇ ਨਾਲ ਉਹਦੀ ਰਹਿਨੁਮਾਈ ਦੇ ਵਿੱਚ ਚੱਲ ਰਹੀ ਸੀ, ਉਹਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਵੇਗਾ ਕਿ ਜਦੋਂ ਸਰਦਾਰ ਲਾਭ ਸਿੰਘ ਉਹਨਾਂ ਨੂੰ ਵੇਖਦੇ ਨੇ ਤਾਂ ਉਹ
ਬੈਠੇ ਹੋਏ ਗੁਟਕਾ ਸਾਹਿਬ ਦੇ ਉੱਪਰ ਪਾਠ ਕਰ ਰਹੇ ਨੇ। ਉਸ ਵੇਲੇ ਇਹ ਵੀ ਜ਼ਿਕਰ ਕੀਤਾ ਹੈ ਸਰਦਾਰ ਗੁਰਮੁਖ ਸਿੰਘ ਮੁਸਾਫਰ ਹੁਣਾਂ ਨੇ ਕਿ ਪੁੱਛਿਆ ਗਿਆ ਕਿ ਤੁਹਾਡੀ ਰਹਿਮ ਦੀ ਅਪੀਲ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ, ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਬਹੁਤ ਵੱਡੇ ਆਜ਼ਾਦੀ ਘੁਲਾਟੀਏ ਸਮਝਿਆ ਜਾ ਰਿਹਾ ਜਿਹੜੇ ਰਹਿਮ ਦੀਆਂ ਅਪੀਲਾਂ ਕਰਦੇ ਰਹੇ। ਪਰ ਸਰਦਾਰ ਡਾਕਟਰ ਮਥੁਰਾ ਸਿੰਘ ਹੁਣਾਂ ਨੇ ਬਹੁਤ ਹੀ ਕਹਿ ਸਕਦੇ ਹੋ ਕਿ ਦ੍ਰਿੜਤਾ ਦੇ ਨਾਲ ਇਹ ਗੱਲ ਦਿੱਤੀ ਕਿ ਮੈਨੂੰ ਫਾਂਸੀ ਦੀ ਸਜ਼ਾ ਮਿਲੀ ਹੈ, ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ, ਜੋ ਮੈਂ ਕਾਰਜ ਕਰਨਾ ਸੀ ਉਹ ਪੂਰਾ ਹੋ ਗਿਆ, ਤੇ ਜਿੱਥੋਂ ਤੱਕ ਰਹਿਮ ਦੀ ਅਪੀਲ ਦੀ ਗੱਲ ਹੈ ਇਹ ਗੱਲ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਸੋ ਨਾ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਕੋਈ ਖਬਰ ਦਿੱਤੀ ਗਈ, ਨਾ ਮਿਲਣ ਦਿੱਤਾ ਗਿਆ, ਤੇ ਅਖੀਰ 27 ਮਾਰਚ 1917 ਨੂੰ ਡਾਕਟਰ ਮਥੁਰਾ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਸੋ ਇਹ ਉਹ ਸਾਡੇ ਗਦਰ ਲਹਿਰ ਦੇ ਸ਼ਹੀਦ ਨੇ, ਯੋਧੇ ਨੇ, ਜਿਨ੍ਹਾਂ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਿਤਾਬਾਂ ਦੇ ਵਿੱਚ ਨਾ ਹੋਣ ਕਰਕੇ, ਜਾਂ ਜਿੰਨੇ ਕੁ ਲੋਕਾਂ ਨੇ ਜਾਣਕਾਰੀ ਦੇਣ ਦਾ ਯਤਨ ਕੀਤਾ, ਕੁਝ ਹੀ ਸਮਾਂ ਹੋਇਆ ਜਦੋਂ ਗਦਰ ਲਹਿਰ ਦੇ ਬਾਰੇ ਸਰਦਾਰ ਰਾਜਵਿੰਦਰ ਸਿੰਘ ਰਾਹੀ ਹੋਣਾ ਤੇ ਅਜਮੇਰ ਸਿੰਘ ਹੋਣਾ ਦੀਆਂ ਕਿਤਾਬਾਂ ਨੇ ਬਹੁਤ ਸਾਰਾ ਸੱਚ ਸਾਹਮਣੇ ਲੈ ਕੇ ਆ ਜਾਂਦਾ ਹੈ। ਨਹੀਂ ਤਾਂ ਕਿਤੇ ਨਾ ਕਿਤੇ ਸਾਡੀ ਨੌਜਵਾਨੀ ਦੀ ਮਾਨਸਿਕਤਾ ਦੇ ਵਿੱਚ ਇਹੀ ਗੱਲ ਭਰੀ ਹੋਈ ਸੀ ਕਿ ਇਹ ਤਾਂ ਨਾਸਤਿਕ ਲੋਕ ਸਨ ਜਿਹੜੇ ਗਦਰ ਲਹਿਰ ਦੇ ਨਾਲ ਜੁੜੇ ਹੋਏ ਸਨ। ਪਰ ਹੁਣ ਜਦੋਂ ਇਹ ਸਾਰੇ ਸੱਚ ਸਾਹਮਣੇ ਆਉਣੇ ਸ਼ੁਰੂ ਹੋਏ ਨੇ ਤਾਂ ਕਿਤੇ ਨਾ ਕਿਤੇ ਨੌਜਵਾਨੀ ਦੇ ਵਿੱਚ ਇਸ ਗੱਲ ਨੂੰ ਸਮਝਣ ਤੇ ਇਸ ਗੱਲ ਨੂੰ ਸੁਣਨ ਤੇ ਇਸ ਗੱਲ ਨੂੰ ਕਹਿ ਸਕਦੇ ਹੋ ਕਿ ਆਪਣੇ ਆਪ ਦੇ ਵਿੱਚ ਗ੍ਰਹਿਣ ਕਰਨ ਦੀ ਇੱਕ ਚੇਤਨਤਾ ਤੇ ਚੇਸ਼ਟਾ ਨੇ ਜਨਮ ਜ਼ਰੂਰ ਲਿਆ ਹੈ ਕਿ ਸਾਨੂੰ ਪਤਾ ਹੋਵੇ ਕਿ ਸਾਡੇ ਗਦਰੀ ਯੋਧੇ ਕੌਣ ਸਨ। ਸੋ ਇਹ ਸਨ ਡਾਕਟਰ ਮਥੁਰਾ ਸਿੰਘ, ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਤੇ ਸ਼ਹਾਦਤ ਦਿੱਤੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।